ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਇਹ ਸੱਚਾਈ ਹੈ ਕਿ ਸਾਡੇ ਭਾਰਤ ਤੋਂ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਵਿਦੇਸ਼ਾਂ ਦੇ ਵਿੱਚ ਜਿਹੜੇ ਪੜ੍ਹਨ ਜਾਂਦੇ ਨੇ, ਉਚੇਰੀ ਵਿੱਦਿਆ ਦੇ ਲਈ ਜਾਂਦੇ ਨੇ। ਔਰ ਆਪਾਂ ਅੱਜ ਤੱਕ ਨਹੀਂ ਵੇਖਿਆ ਕਿ ਕੋਈ ਵੀ ਜਿਹੜਾ ਵਿਦਿਆਰਥੀ ਉਹ ਪੜ੍ਹਨ ਗਿਆ ਹੋਵੇ ਅਤੇ ਵਾਪਸ ਭਾਰਤ ਪਰਤ ਕੇ ਉਸਨੇ ਉਹ ਰਿਹਾ ਹੋਵੇ। ਹਮੇਸ਼ਾ ਹੀ ਜਿਹੜੇ ਸਾਡੇ ਭਾਰਤ ਦੇ ਜਿਹੜੇ ਵਿਦਿਆਰਥੀ ਨੇ ਬਹੁਤੇ ਤੌਰ ਦੇ ਉੱਤੇ ਕੈਨੇਡਾ ਜਾ ਕੇ ਹੀ ਸੈਟਲਡ ਹੁੰਦੇ ਨੇ, ਇੱਥੇ ਸਟੱਡੀ ਵੀਜ਼ਾ 'ਤੇ ਜਾਂਦੇ ਨੇ ਅਤੇ ਹਮੇਸ਼ਾ ਦੇ ਲਈ ਕੈਨੇਡਾ ਦੇ ਹੀ ਹੋ ਜਾਂਦੇ ਨੇ। ਪਰ ਬਹੁਤ ਸਾਰੀਆਂ ਇਹੋ ਜਿਹੀਆਂ ਕੰਟਰੀਆਂ ਨੇ, ਜਿਵੇਂ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਸਟੂਡੈਂਟਸ ਜਾ ਰਹੇ ਨੇ, ਆਸਟ੍ਰੇਲੀਆ ਦੇ ਵਿੱਚ ਵੀ ਜਾ ਰਹੇ ਨੇ। ਪਰ ਬਹੁਤੇ ਤੌਰ ਦੇ ਉੱਤੇ ਆਪਾਂ ਵੇਖਦੇ ਹਾਂ ਕਿ ਕੁਝ ਸਾਲਾਂ ਤੋਂ ਕੈਨੇਡਾ ਦੇ ਵਿੱਚ ਸਟੂਡੈਂਟ ਹੈ ਜਿਹੜਾ ਜ਼ਿਆਦਾ ਗਿਆ ਇੰਡੀਆ ਤੋਂ। ਹੁਣ ਮੇਰਾ ਗੱਲ ਕਰਨ ਦਾ ਮੇਨ ਮਕਸਦ ਇਹ ਹੈ ਕਿ ਜਿਵੇਂ ਮੈਂ ਕੈਪਸ਼ਨ ਦੇ ਵਿੱਚ ਵੀ ਲਿਖਿਆ ਕਿ ਪਿਛਲੇ ਥੋੜ੍ਹੇ ਦਿਨਾਂ ਤੋਂ ਆਪਾਂ ਕੁਝ ਮਹੀਨਿਆਂ ਤੋਂ ਵੇਖ ਰਹੇ ਹਾਂ ਕੋਈ ਐਕਸੀਡੈਂਟ ਦੇ ਨਾਲ ਸਾਡੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਕਿਤੇ ਮਰਡਰ ਹੋ ਰਹੇ ਨੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ। ਅਤੇ ਹੁਣ ਸਾਡੇ ਬੱਚਿਆਂ ਦੀਆਂ, ਨੌਜਵਾਨਾਂ ਦੀ ਜਿਹੜੀ ਮੌਤ ਹੈ ਦਿਲ ਦਾ ਦੌਰਾ ਪੈਣ ਕਰਕੇ ਹੋ ਰਹੀ ਹੈ। ਕਿੰਨੀਆਂ ਖਬਰਾਂ ਅਸੀਂ ਸੁਣ ਲਈਆਂ ਕੁਝ ਦਿਨਾਂ ਤੋਂ ਕਿ ਜਿਹੜੇ ਨੌਜਵਾਨਾਂ ਦੀ ਮੌਤ ਹੈ ਦਿਲ ਦਾ ਦੌਰਾ ਪੈਣ ਕਰਕੇ। ਨੌਜਵਾਨਾਂ ਦੀ ਜਿਹੜੀ ਆਪਦੇ ਜਿਹੜੀ ਰਾਏ ਆ ਜ਼ਰੂਰ ਰੱਖਿਓ ਕਿ ਕੀ ਕਾਰਨ ਹੋ ਸਕਦੇ ਨੇ। ਹੁਣ ਜੇਕਰ ਮੈਂ ਆਪਣੀ ਸੂਝ ਦੀ ਗੱਲ ਕਰਾਂ ਤਾਂ ਮੇਰੇ ਅਨੁਸਾਰ ਮੈਨੂੰ ਇਉਂ ਲੱਗਦਾ ਕਿ ਇੱਕ ਤਾਂ 12ਵੀਂ ਦੇ ਬਾਅਦ ਜਿਹੜੇ ਬੱਚੇ ਜਾਂਦੇ ਨੇ ਵਿਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਕਰਨ ਜਾਂਦੇ ਨੇ, 12ਵੀਂ ਤੋਂ ਬਾਅਦ ਜਸਟ ਹੀ ਉਹਨਾਂ ਨੇ ਹਜੇ ਦੁਨੀਆ ਦੇ ਵਿੱਚ ਆਪੋਟੀ ਹੁੰਦੀ ਆ। 12ਵੀਂ ਤੋਂ ਬਾਅਦ ਬੱਚਾ ਹਜੇ 16-17 ਸਾਲਾਂ ਦਾ ਹੁੰਦਾ, ਉਹਨੇ ਤਾਂ ਹਜੇ ਦੁਨੀਆ ਵੀ ਨਹੀਂ ਵੇਖੀ ਹੁੰਦੀ। ਅਤੇ ਉਹ ਬੱਚੇ ਨੇ ਜਿਹੜੇ ਦੂਜੀ ਇੱਕ ਹਿਸਾਬ ਦੀ ਦੁਨੀਆ ਦੇ ਵਿੱਚ ਹੀ ਚਲੇ ਜਾਂਦੇ ਨੇ। ਇੱਕ ਕਾਰਨ ਇਹ ਵੀ ਹੋ ਸਕਦਾ ਕਿ ਐਡਜਸਟ ਜਿਹੜਾ ਸੈਟਲ ਹੁੰਦੇ ਉੱਥੇ ਐਡਜਸਟ ਹੁੰਦੇ ਸਮਾਂ ਲੱਗਦਾ ਵਾ, ਕਿਉਂਕਿ ਬਹੁਤ ਸਾਰੇ ਹਾਲਾਤ ਨੇ ਜਿਹੜੇ ਬਦਲ ਜਾਂਦੇ ਨੇ। ਅਤੇ ਆਪਾਂ ਇਹ ਵੀ ਗੱਲ ਕਰ ਸਕਦੇ ਹਾਂ ਕਿ ਸਟੂਡੈਂਟਸ ਨੇ ਜਿਹੜੇ, ਉਹਨਾਂ ਨੂੰ ਖਰਚਾ ਬਹੁਤ ਹੈ ਸਟੱਡੀ ਦਾ, ਔਰ ਉਹਨਾਂ ਨੂੰ ਜ਼ਿਆਦਾ ਸਟੂਡੈਂਟਸ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਦੀਆਂ ਫੀਸਾਂ ਜਿਹੜੀਆਂ ਆਪ ਹੀ ਕੱਢੀਏ। ਫਿਰ ਕੰਮ ਦਾ ਇੰਨਾ ਜ਼ਿਆਦਾ ਲਾਹਾ ਜਿਹੜੇ ਬੱਚੇ ਲੈਂਦੇ ਨੇ ਕਿ ਮਤਲਬ ਸੌਣਾ ਨਹੀਂ ਹੈਗਾ, ਪੜ੍ਹਾਈ ਕਰਨੀ ਨਾਲ ਕੰਮ ਕਰਨਾ ਨਾਲ ਜਿੰਨਾ ਹੋ ਸਕੇ। ਕਿਉਂਕਿ ਹਰ ਇੱਕ ਜਿਹੜਾ ਨੌਜਵਾਨ ਆ ਕੁਝ ਜਿਹੜਾ ਅੱਖਾਂ ਦੇ ਵਿੱਚ ਸੁਪਨੇ ਲੈ ਕੇ ਜਾਂਦਾ ਵਾ ਕਿ ਮੈਂ ਵਿਦੇਸ਼ ਜਾ ਕੇ ਜਿਹੜਾ ਤਰੱਕੀਆਂ ਕਰੂੰਗਾ, ਫਿਰ ਇੱਥੇ ਆਪਣੇ ਮਾਂ ਪਿਓ ਨੂੰ ਸੁੱਖ ਦੇਊਂਗਾ। ਔਰ ਹੋਣਾ ਵੀ ਚਾਹੀਦਾ ਵਾ, ਇੱਕ ਚੰਗੀ ਜਿਹੜੇ ਬੱਚਿਆਂ ਦੀ ਚੰਗੀ ਔਲਾਦ ਦੀ ਨਿਸ਼ਾਨੀ ਹੁੰਦੀ ਆ। ਅਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਪੜ੍ਹਾਈ ਦਾ ਬਹੁਤ ਜ਼ਿਆਦਾ ਜਿਹੜਾ ਬੋਝ ਹੁੰਦਾ। ਅਤੇ ਦੂਸਰਾ, ਜੇਕਰ ਤੁਸੀਂ ਕੈਨੇਡਾ ਦੀ ਗੱਲ ਕਰੀ ਜਾਵੇ, ਕੈਨੇਡਾ ਦੇ ਵਸਨੀਕਾਂ ਤੋਂ ਜਾਣ ਕੇ ਵੇਖੀਏ ਜਿਹੜੇ ਪੁਰਾਣੇ ਰਹਿ ਰਹੇ ਨੇ, ਉਹਨਾਂ ਨੇ ਕਿਹਾ ਕਿ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਉੱਥੇ ਤਾਂ ਕੋਈ ਬੱਚਿਆਂ ਨੂੰ ਨਾ ਪੇਰੈਂਟਸ ਕੋਲ ਹੁੰਦੇ ਨੇ, ਨਾ ਰਿਸ਼ਤੇਦਾਰ ਕੋਲ ਹੁੰਦੇ ਨੇ, ਨਾ ਆਪਣਾ ਕੋਲ ਹੁੰਦਾ। ਲੋਕ ਬੱਚੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਕਦੋਂ ਉਹਨਾਂ ਦਾ ਮਾਹੌਲ, ਉਹਨਾਂ ਦੀ ਜਿਹੜੀ ਕੰਪਨੀ ਬਦਲ ਜਾਂਦੀ ਹੈ, ਉਹਨਾਂ ਨੂੰ ਖੁਦ ਵੀ ਨਹੀਂ ਪਤਾ ਲੱਗਦਾ। ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਵੀ ਉਹਨਾਂ ਦੇ ਡਿਪਰੈਸ਼ਨ ਦਾ ਜਿਹੜੇ ਉਹ ਨੌਜਵਾਨ ਨੇ ਸ਼ਿਕਾਰ ਹੋ ਰਹੇ ਨੇ। ਔਰ ਕੈਨੇਡਾ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਜੇਕਰ ਡਿਪਰੈਸ਼ਨ ਦੀ ਗੱਲ ਕੀਤੀ ਜਾਵੇ, ਇਸ ਸਮੇਂ ਬਹੁਤ ਜ਼ਿਆਦਾ ਡਿਪਰੈਸ਼ਨ ਹੈ। ਚਾਹੇ ਉਹ ਕੰਮ ਦਾ ਡਿਪਰੈਸ਼ਨ ਕਹਿ ਲਈਏ, ਚਾਹੇ ਉਹ ਪੜ੍ਹਾਈ ਦਾ ਡਿਪਰੈਸ਼ਨ ਕਹਿ ਲਈਏ, ਚਾਹੇ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦਾ ਡਿਪਰੈਸ਼ਨ ਕਹਿ ਲਈਏ। ਤੁਸੀਂ ਜੇਕਰ ਵਿਦੇਸ਼ਾਂ ਦੇ ਵਿੱਚ ਵੱਸਦੇ ਨੌਜਵਾਨਾਂ ਨਾਲ ਗੱਲ ਕਰਕੇ ਵੇਖੋ, ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਸਿਰਫ ਅਤੇ ਸਿਰਫ ਕੰਮ ਤੋਂ ਘਰ, ਅਤੇ ਉਸ ਤੋਂ ਇਲਾਵਾ ਤੁਹਾਡੀ ਕੋਈ ਜ਼ਿੰਦਗੀ ਉੱਥੇ ਜਿਹੜੀ ਨਹੀਂ ਹੈਗੀ। ਮੇਰੀ ਸੋਚ ਦੇ ਹਿਸਾਬ ਦੇ ਨਾਲ ਕਾਰਨ ਇੱਕ ਇਹ ਵੀ ਹੋ ਸਕਦਾ ਕਿ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਨੂੰ ਹੀ ਨਹੀਂ ਹੈਗਾ। ਕਿਉਂਕਿ ਗੱਲਬਾਤ ਕਰਨੀ, ਕਿਸੇ ਦੇ ਨਾਲ ਦਿਲ ਹੌਲਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਿਉਂਕਿ ਅਸੀਂ ਹਿਊਮਨ ਬੀਇੰਗ ਆ, ਸਾਡਾ ਮਨੁੱਖੀ ਜਿਹੜਾ ਸਾਡਾ ਦਿਮਾਗ ਹੈ ਉਹ ਇਸ ਚੀਜ਼ ਦਾ ਕਿਤੇ ਨਾ ਕਿਤੇ ਆਦੀ ਹੁੰਦਾ ਵਾ। ਅਤੇ ਦੂਸਰਾ ਜਿਹੜਾ ਆਪਾਂ ਨਹੀਂ ਸਮਝਦੇ, ਆਪਣੇ ਜਿਹੜੇ ਬੱਚੇ ਨੇ, ਨੌਜਵਾਨ ਬੱਚੇ ਨੇ, 3-3 4-4 ਸਾਲ ਹੋਏ ਹੁੰਦੇ ਨੇ ਕੈਨੇਡਾ ਗਿਆ ਨੂੰ, ਅਤੇ ਆਪਾਂ ਇਹ ਸਮਝਣ ਲੱਗ ਜਾਂਦੇ ਨੇ ਹੁਣ ਵੀ ਉਹ ਕੈਨੇਡਾ ਚਲਿਆ ਗਿਆ, ਪਤਾ ਨਹੀਂ ਉਹਨੇ ਕਿੰਨਾ ਕੁ ਪੈਸਾ ਮੰਗਾ ਲਿਆ ਹੋਇਆ ਇੱਥੇ ਜਿਹੜੇ ਆਪਾਂ ਰਹਿੰਦੇ, ਕਮਾ ਲਿਆ ਹੋਇਆ। ਅਤੇ ਇੱਥੇ ਜਿਹੜੇ ਆਪਾਂ ਰਹਿੰਦੇ ਹਾਂ, ਆਪਾਂ ਇਹੀ ਸੋਚਣ ਲੱਗ ਜਾਂਦੇ ਹਾਂ ਕਿ ਹੁਣ ਸ਼ਾਇਦ 3 ਸਾਲ ਹੋ ਗਏ ਉਹਨੂੰ ਗਏ ਨੂੰ, ਅਤੇ ਹੁਣ ਆਪਾਂ ਆਪਦੀਆਂ ਡਿਮਾਂਡਾਂ ਜਿਹੜੀਆਂ ਉਹਨਾਂ ਅੱਗੇ ਰੱਖਣੀਆਂ ਸ਼ੁਰੂ ਕਰ ਦਈਏ। ਜਿਵੇਂ ਕਿ ਕੈਨੇਡਾ ਪੈਸੇ ਦਰੱਖਤਾਂ ਨੂੰ ਲੱਗਦੇ ਨੇ, ਭਾਵੇਂ ਕਿ ਉਹ ਸਿਰਫ ਇੰਨਾ ਹੁੰਦਾ, ਉਹਨਾਂ ਨੂੰ ਫਾਇਦਾ ਕੀ ਹੁੰਦਾ ਕਿ ਉਹ ਜਿਹੜੀ ਉਹਨਾਂ ਦੀ ਕੈਨੇਡੀਅਨ ਜਿਹੜਾ ਡਾਲਰ ਆ ਉਹ ਇੰਡੀਆ ਆ ਕੇ 60 ਰੁਪਈਆਂ 'ਚ ਕਨਵਰਟ ਹੁੰਦਾ, ਉੱਥੇ ਉਹ $1 ਚੱਲਦਾ ਵਾ। ਪਰ ਆਪਣੀ ਸੋਚ ਇਹ ਹੁੰਦੀ ਹੈ ਵੀ ਸਾਡੇ ਇੱਧਰਲੇ ਰਿਸ਼ਤੇਦਾਰਾਂ ਦੀ, ਸਾਡੇ ਦਿਮਾਗ ਇਹ ਹੋ ਜਾਂਦੇ ਨੇ ਵੀ ਬਈ ਮੇਰੇ ਵਾਸਤੇ ਆਈਫੋਨ ਲੈ ਆਈ, ਤੂੰ ਤਾਂ ਹੁਣ ਕੈਨੇਡਾ, ਮੇਰੇ ਵਾਸਤੇ ਸ਼ੂ ਲੈ ਆਈ, ਤੂੰ ਮੇਰੇ ਵਾਸਤੇ ਪਰਫਿਊਮ ਲੈ ਆਈ, ਜਾਂ ਮੇਰੇ ਵਾਸਤੇ ਬ੍ਰਾਂਡਡ ਕੱਪੜੇ ਲੈ ਆਈ, ਜਾਂ ਇੱਥੇ ਬੈਠੇ ਆਪਾਂ ਕਹਿ ਦੇਣਾ ਵੀ ਮੈਨੂੰ ਇੰਨੇ ਡਾਲਰ ਭੇਜ ਦੇ।
ਆਪਾਂ ਕਦੀ ਵੀ ਨਹੀਂ ਉਹਨਾਂ ਨੂੰ ਕਿਸੇ ਨੇ ਬਹੁਤ ਸੋਹਣਾ ਲਿਖਿਆ ਸੀਗਾ ਕਿ ਰੋਟੀ ਖਾਧੀ ਕਿ ਨਹੀਂ ਕੱਲੀ ਮਾਂ ਪੁੱਛਦੀ ਹੈ, ਕਿੰਨੇ ਡਾਲਰ ਕਮਾਉਣਾ ਇਹ ਸਾਰੇ ਪੁੱਛਦੇ ਆ। ਔਰ ਇਹ ਗੱਲ ਸੱਚ ਵੀ ਹੈ। ਸਿਰਫ ਇੱਕ ਮਾਂ ਦੀਆਂ ਆਂਦਰਾਂ ਹੁੰਦੀਆਂ ਨੇ ਜਿਹੜੀ ਬੱਚੇ ਦੇ ਫੋਨ ਆਉਣ 'ਤੇ ਸਿਰਫ ਇੰਨਾ ਪੁੱਛਦੀ ਹੈ ਕਿ ਤੂੰ ਕੁਛ ਖਾਧਾ ਜਾਂ ਨਹੀਂ ਖਾਧਾ, ਕਿਵੇਂ ਸਿਹਤ ਠੀਕ ਆ, ਹੋਰ ਬਾਕੀ ਕੰਮ ਠੀਕ ਚੱਲ ਰਿਹਾ, ਕੋਈ ਫਿਕਰ ਤਾਂ ਨਹੀਂ ਹੈਗਾ। ਇਹ ਸਿਰਫ ਮਾਂ ਪੁੱਛਦੀ ਆ। ਔਰ ਸਾਡੇ ਵਰਗੇ ਲੋਕ ਸਿਰਫ ਇਹ ਪੁੱਛਦੇ ਨੇ ਕਿ ਤੈਨੂੰ ਕਿੰਨੇ ਡਾਲਰ ਬਣ ਜਾਂਦੇ ਨੇ ਘੰਟੇ ਦੇ, ਹੁਣ ਤੇਰੇ ਕਿੰਨੇ ਚਿਰ ਬਾਅਦ ਡਾਲਰ ਵੱਧ ਗਏ ਕਿ ਨਹੀਂ ਵੱਧ ਗਏ ਹੈਗੇ, ਤੂੰ ਕਿੰਨੇ ਘੰਟੇ ਕੰਮ ਕਰਦਾ। ਜੇ ਤੂੰ ਹਾਂ ਜੇਕਰ ਉਹ 10 ਘੰਟੇ ਕੰਮ ਕਰਦਾ ਸੀ, ਇਹ ਨਹੀਂ ਸੋਚਦੇ ਕਿ ਉਹ 10 ਘੰਟੇ ਕਿਵੇਂ ਸਰੀਰ ਤੋਂ ਕੰਮ ਲੈਂਦਾ ਹੋਣਾ। ਸਿਰਫ ਸਾਨੂੰ ਇੰਡੀਆ ਦੇ ਵਿੱਚ ਬੈਠੇ ਇਹ ਹੁੰਦਾ ਵੀ ਉਹ ਤਾਂ 10 ਘੰਟੇ ਕੰਮ ਕਰਦਾ, 1 ਘੰਟੇ ਦੇ 35 ਡਾਲਰ ਲੈ ਰਿਹਾ। ਪਰ ਉਹ ਤੁਸੀਂ ਉਹਦਾ 35 ਡਾਲਰਾਂ ਦੇ ਉੱਪਰ ਉਹਦਾ ਪਸੀਨਾ ਤਾਂ ਦੇਖੋ। ਔਰ ਉਸ ਤੋਂ ਬਾਅਦ ਖਰਚੇ ਬਹੁਤ ਜ਼ਿਆਦਾ ਖਰਚੇ ਹੁੰਦੇ ਨੇ ਬਾਹਰ, ਜਿਹੜੀ ਆਮਦਨ ਤੋਂ ਵੀ ਕਿਤੇ ਕਿਤੇ ਜ਼ਿਆਦਾ ਹੋ ਜਾਂਦੇ ਨੇ। ਇਹੀ ਕਾਰਨ ਨੇ ਜਿਹੜੇ ਕਿਤੇ ਨਾ ਕਿਤੇ ਜਿਹੜਾ ਡਿਪਰੈਸ਼ਨ ਆ ਉਹ ਨੌਜਵਾਨਾਂ 'ਚ, ਉੱਥੋਂ ਦੇ ਜਿਹੜੇ ਸਾਡੇ ਇੱਥੋਂ ਜ਼ਿਆਦਾਤਰ ਲੋਕ ਗਏ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੱਧਦਾ ਜਾ ਰਿਹਾ। ਔਰ ਦਿਲ ਦਾ ਦੌਰਾ ਪੈਣਾ, ਇਹ ਤੁਸੀਂ ਤਸਵੀਰਾਂ ਵੇਖਿਓ ਜਿਨ੍ਹਾਂ ਦੇ 3-4 ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨੌਜਵਾਨਾਂ ਦੀ, ਉਹਨਾਂ ਦੀ ਉਮਰ ਮੈਨੂੰ ਲੱਗਦਾ 22-22, 23-23 ਸਾਲ ਆ, ਜਿਨ੍ਹਾਂ ਨੌਜਵਾਨਾਂ ਦੀ ਮੌਤ ਹੈ ਜਿਹੜੀ ਦਿਲ ਦਾ ਦੌਰਾ ਪੈਣ ਦੇ ਕਰਕੇ ਆ ਜਿਹੜੀ ਹੋਈ ਆ। ਹੁਣ ਤੁਸੀਂ ਵੀ ਆਪਦੀ ਜਿਹੜੀ ਰਾਏ ਹੈ ਕਮੈਂਟਸ ਦੇ ਰਾਹੀਂ ਜ਼ਰੂਰ ਦਿਓ ਵੀ ਤੁਹਾਡੀ ਸੋਚ ਦੇ ਹਿਸਾਬ ਦੇ ਨਾਲ, ਕਿਉਂਕਿ ਅੱਜ ਹਰ ਇੱਕ ਤੀਜੇ ਘਰ ਦਾ ਕੋਈ ਨਾ ਕੋਈ ਜਿਹੜਾ ਘਰ ਦਾ ਮੈਂਬਰ ਆ ਉਹ ਵਿਦੇਸ਼ ਦੇ ਵਿੱਚ ਹੈਗਾ। ਤੁਹਾਡੇ ਨਾਲ ਵੀ ਪ੍ਰੋਬਲਮਸ ਹੁੰਦੀਆਂ ਹੋਣੀਆਂ ਨੇ, ਤੁਹਾਡੇ ਵੀ ਬੱਚੇ ਉੱਥੇ ਰਹਿੰਦੇ ਨੇ, ਤੁਸੀਂ ਵੀ ਤਾਂ ਇਹ ਚੀਜ਼ਾਂ ਨੂੰ ਫੇਸ ਕਰਦੇ ਹੋਵੋਗੇ। ਤੁਹਾਡੀ ਸੋਚ ਕੀ ਕਹਿੰਦੀ ਆ ਵੀ ਇਹ ਕਿਉਂ ਹੋ ਰਿਹਾ ਵਾ? ਚਾਹੇ ਉਹ ਕਿਸੇ ਦਾ ਮਰਡਰ ਹੋਵੇ, ਚਾਹੇ ਲੜਾਈ ਝਗੜੇ ਹੋਣ, ਮਤਲਬ ਮਾਹੌਲ ਹੀ ਇੱਦਾਂ ਦਾ ਬਣਾ ਦਿੱਤਾ ਹੋਇਆ। ਅਸੀਂ ਕਿਉਂ ਕਿਤੇ ਜਾ ਕੇ ਆਪਣੇ ਅਨੁਸਾਰ ਮਾਹੌਲ ਨੂੰ ਬਣਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਕਰਨ ਲੱਗ ਜਾਂਦੇ ਹਾਂ, ਜਿਸ ਦੇ ਕਰਕੇ ਜਿਹੜਾ ਸਾਨੂੰ ਕਿਤੇ ਨਾ ਕਿਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ। ਉਹ ਨਿਰਾਸ਼ਾ ਕਦੋਂ ਸਾਡੇ ਡਿਪਰੈਸ਼ਨ 'ਚ ਬਦਲ ਜਾਂਦੀ ਹੈ ਅਤੇ ਕਦੋਂ ਇੱਕ ਵੱਡੇ ਹਾਦਸੇ ਨੂੰ ਅੰਜਾਮ ਦਿੰਦੀ ਹੈ, ਸਾਨੂੰ ਵੀ ਪਤਾ ਨਹੀਂ ਲੱਗਦਾ। ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਸਾਨੂੰ ਜ਼ਰੂਰ ਰਹੇਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।